ਚੇਤਾ। ਸੋ ਦਾਊਦ ਨੇ, ਅਸੀਂ 51 ਜ਼ਬੂਰ ਦੇਖਿਆ ਸੀ ਕਿ ਦਾਊਦ ਨੇ ਪ੍ਰਭੂ ਪਰਮੇਸ਼ਰ ਦੇ ਸਾਹਮਣੇ ਜਾ ਕੇ ਮਾਫੀ ਮੰਗੀ, ਪ੍ਰਭੂ ਨੇ ਉਸਨੂੰ ਮਾਫ ਕੀਤਾ ਔਰ ਉਸਦੇ ਲਈ ਇੱਕ ਸੁਖ ਸੁਨੇਹਾ ਆਇਆ ਔਰ ਇੱਕ ਦੁੱਖ ਦਾ ਵੀ ਆਇਆ। ਪ੍ਰਭੂ ਨੇ ਕਿਹਾ ਕਿ ਪ੍ਰਭੂ ਨੇ ਉਸਨੂੰ ਕਿਹਾ ਕਿ ਤੈਨੂੰ ਮੌਤ ਦੀ ਸਜ਼ਾ ਨਹੀਂ ਮਿਲੇਗੀ, ਬੇਸ਼ੱਕ ਤੂੰ ਆਪਣੇ ਆਪ ਦੀ ਸਜ਼ਾ ਦਿੱਤੀ ਹੈ, ਤੈਨੂੰ ਮੌਤ ਦੀ ਸਜ਼ਾ ਨਹੀਂ ਮਿਲੇਗੀ। ਪਰ ਜੋ ਬੱਚਾ, ਕਿਉਂਕਿ ਰਹਿੰਦੀ ਸਾਰੀ ਉਮਰ ਤੱਕ ਉਸ ਬੱਚੇ ਤੇ ਉਂਗਲਾਂ ਉੱਠਣੀਆਂ ਸੀ ਔਰ ਇਹ ਵੀ ਹੋ ਸਕਦਾ ਸੀ ਕਿ ਦਾਊਦ ਉਸ ਬੱਚੇ ਨੂੰ ਖੁਦ ਹੀ ਘਿਰਣਾ ਕਰਦਾ ਜਿਸ ਵੇਲੇ ਅਗਲੀਆਂ ਜਿਹੜੀਆਂ ਚੀਜ਼ਾਂ ਆਉਣ ਵਾਲੀਆਂ ਸੀ ਘਰਾਨੇ ਤੇ ਉਹਦੇ ਕਾਰਨ। ਸੋ ਉਸਦੇ ਵਿੱਚ ਵੀ ਪ੍ਰਭੂ ਦੀ ਦਇਆ ਛੁਪੀ ਹੋਈ ਕਿ ਉਸਨੂੰ ਲੈ ਗਿਆ। ਸੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਕਿ ਜਿਸਲੇ ਨਥਾਨ ਨੇ ਆ ਕੇ ਉਸਨੂੰ ਕਿਹਾ ਕਿ ਨਥਾਨ ਨੇ ਉੱਤਰ ਦਿੱਤਾ, ਪ੍ਰਭੂ ਨੇ ਤੈਨੂੰ ਤੇਰਾ ਪਾਪ ਮਾਫ ਕਰ ਦਿੱਤਾ ਹੈ, ਇਸ ਲਈ ਤੂੰ ਨਹੀਂ ਮਰੇਗਾ, ਕਿਉਂਕਿ ਤੂੰ ਇਹ ਕਰਕੇ ਪ੍ਰਭੂ ਦੀ ਨਿੰਦਾ ਦਾ ਕਾਰਨ ਬਣਿਆ ਹੈ, ਸੋ ਤੇਰਾ ਹੋਣ ਵਾਲਾ ਬੱਚਾ ਨਹੀਂ ਬਚੇਗਾ। ਇਹ ਕਹਿ ਕੇ ਨਥਾਨ ਆਪਣੇ ਘਰ ਨੂੰ ਚਲਾ ਗਿਆ। ਔਰ ਇੱਥੇ ਜ਼ਬੂਰ 32 ਆਉਂਦਾ ਹੈ। 32 ਜਿਹੜਾ ਸਾਮ ਆ ਉਹ ਇੱਥੇ ਹੁੰਦਾ, ਜਿਸ ਨੂੰ ਮਿਲ ਜਾਏ ਉਹ ਸਾਮ। ਮੈਂ ਪੜ੍ਹ ਦੇਣੀ ਬਾਸੂ ਜੀ। ਥੈਂਕ ਯੂ। ਮਾਫੀ ਲਈ ਖੁਸ਼ੀ। ਉਹ ਮਨੁੱਖ ਧਨ ਹੈ ਜਿਸ ਦੇ ਅਪਰਾਧ ਮਾਫ ਹੋ ਚੁੱਕੇ ਹਨ, ਜਿਸ ਦਾ ਪਾਪ ਢਕਿਆ ਜਾ ਚੁੱਕਾ ਹੈ। ਉਹ ਮਨੁੱਖ ਧਨ ਹੈ ਜਿਸ ਨੂੰ ਪ੍ਰਭੂ ਦੋਸ਼ੀ ਨਹੀਂ ਠਹਿਰਾਉਂਦਾ, ਜਿਸ ਦੇ ਦਿਲ ਵਿੱਚ ਕੋਈ ਕਪਟ ਨਹੀਂ। ਜਿਸ ਦਿਨ ਵੀ ਮੈਂ ਆਪਣਾ ਪਾਪ ਸਵੀਕਾਰ ਨਾ ਕੀਤਾ, ਉਸ ਦਿਨ ਹੀ ਮੇਰਾ ਸਰੀਰ ਮੇਰੇ ਕਰਾਉਣ ਨਾਲ ਬੇਜਾਨ ਹੋ ਗਿਆ। ਤੇਰਾ ਹੱਥ ਦਿਨ ਰਾਤ ਮੇਰੇ ਤੇ ਭਾਰਾ ਗਿਆ, ਮੇਰਾ ਬਲ ਘਟ ਗਿਆ, ਜਿਸ ਤਰ੍ਹਾਂ ਗਰਮ ਰੁੱਤ ਦੀ ਗਰਮੀ ਨਾਲ ਹੋ ਗਿਆ ਹੋਵੇ। ਤਦ ਮੈਂ ਆਪਣੇ ਪਾਪ ਤੇਰੇ ਸਾਹਮਣੇ ਸਵੀਕਾਰ ਕੀਤਾ, ਮੈਂ ਆਪਣਾ ਕੋਈ ਅਪਰਾਧ ਨਾ ਛੁਪਾਇਆ। ਮੈਂ ਆਪਣੇ ਦਿਲ ਨਾਲ ਇਹ ਫੈਸਲਾ ਕੀਤਾ, ਮੈਂ ਆਪਣੇ ਅਪਰਾਧ ਪ੍ਰਭੂ ਦੇ ਸਾਹਮਣੇ ਮੰਨਾਂਗਾ ਅਤੇ ਤੂੰ ਮੇਰਾ ਪਾਪ ਮਾਫ ਕਰ ਦਿੱਤਾ। ਸਿਲਾ। ਤੇਰੇ ਮਿਲਣ ਤੇ ਤੇਰਾ ਹਰ ਭਗਤ ਤੇਰੇ ਅੱਗੇ ਪ੍ਰਾਰਥਨਾ ਕਰੇ, ਤਦ ਉਸ ਤੱਕ ਭਿਅੰਕਰ ਦੁੱਖ ਦੇ ਹੜ ਨਹੀਂ ਪਹੁੰਚ ਸਕਣਗੇ। ਤੂੰ ਮੇਰੇ ਲੁਕਣ ਦੀ ਥਾਂ ਹੈ, ਤੂੰ ਮੇਰਾ ਦੁੱਖ ਤੋਂ ਬਚਾ ਕਰਦਾ ਹੈ, ਤੂੰ ਮੁਕਤੀ ਦੇ ਆਨੰਦ ਨਾਲ ਮੈਨੂੰ ਭਰ ਦੇਵੇਂਗਾ। ਪ੍ਰਭੂ ਨੇ ਉੱਤਰ ਵਿੱਚ ਕਿਹਾ, ਮੈਂ ਤੈਨੂੰ ਉਸ ਰਾਹ ਦੇ ਬਾਰੇ ਸਿਖਾਵਾਂਗਾ ਜਿਸ ਤੇ ਤੈਨੂੰ ਚੱਲਣਾ ਚਾਹੀਦਾ ਹੈ। ਮੈਂ ਤੈਨੂੰ ਆਪਣੇ ਸਾਹਮਣੇ ਸਲਾਹ ਦੇਵਾਂਗਾ। ਤੁਸੀਂ ਘੋੜੇ ਜਾਂ ਖੱਚਰ ਦੀ ਤਰ੍ਹਾਂ ਨਾ ਸਮਝ ਨਾ ਬਣੋ। ਉਹ ਲਗਾਮ ਅਤੇ ਬਾਗ ਨਾਲ ਹੀ ਕਾਬੂ ਵਿੱਚ ਰਹਿੰਦੇ ਹਨ। ਦੁਸ਼ਟ ਨੂੰ ਕਈ ਰੋਗ ਲੱਗੇ ਰਹਿੰਦੇ ਹਨ, ਪਰ ਪ੍ਰਭੂ ਤੇ ਭਰੋਸਾ ਰੱਖਣ ਵਾਲੇ ਨੂੰ ਉਸ ਦੀ ਦਇਆ ਬਚਾਈ ਰੱਖਦੀ ਹੈ। ਹੇ ਧਰਮੀਓ, ਪ੍ਰਭੂ ਦੀ ਸੰਗਤ ਵਿੱਚ ਆਨੰਦਿਤ ਹੋਵੋ। ਹੇ ਸਾਫ਼ ਦਿਲੋਂ ਖੁਸ਼ੀ ਦਾ ਨਾਰਾ ਮਾਰੋ। ਸੋ ਇੱਥੇ ਅਸੀਂ ਜਿਸ ਵੇਲੇ ਨਾਥਾਨ ਨੇ ਕਿਹਾ ਕਿ ਪ੍ਰਭੂ ਨੇ ਤੇਰਾ ਗੁਨਾਹ ਤੈਨੂੰ ਮਾਫ ਕਰ ਦਿੱਤਾ, ਔਰ ਉਹ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਪਣੇ ਸਰੀਰ ਨੂੰ, ਆਪਣੇ ਮਨ ਨੂੰ, ਆਪਣੀ ਆਤਮਾ ਨੂੰ ਉਹ ਲੈ ਕੇ ਗਿਆ ਸੀ, ਕਿਉਂਕਿ ਉਸ ਨੂੰ ਆਪਣੇ ਵਿੱਚੋਂ ਦੁਰਗੰਧ ਆ ਰਹੀ ਸੀ ਔਰ ਉਸਨੇ ਕੋਈ ਪ੍ਰਭੂ ਤੋਂ ਰਾਜ ਨਹੀਂ ਸੀ ਮੰਗਿਆ ਕਿ ਤੂੰ ਮੇਰੇ ਰਾਜ ਨੂੰ ਕਾਇਮ ਰੱਖ। ਉਸਨੇ ਪ੍ਰਭੂ ਤੋਂ ਇਹ ਚੀਜ਼ਾਂ ਮੰਗੀਆਂ ਸੀ ਕਿ ਤੂੰ ਮੈਨੂੰ ਧੋ, ਤੂੰ ਮੈਨੂੰ ਨਵਾਂ ਮਨ ਦੇ, ਤੂੰ ਮੈਨੂੰ ਨਵਾਂ ਆਤਮਾ ਦੇ, ਪਵਿੱਤਰ ਆਤਮਾ ਨੂੰ ਮੇਰੇ ਕੋਲੋਂ ਨਾ ਖੋ, ਮੈਨੂੰ ਜੁੱਫੇ ਦੇ ਨਾਲ ਸਾਫ਼ ਕਰ, ਮੇਰੇ ਮਨ ਨੂੰ, ਜਿਹੜਾ ਮੇਰੇ ਮਨ ਦੇ ਅੰਦਰ ਮਜ਼ਬੂਤ ਆਤਮਾ ਪਾ। ਇਹ ਉਸ ਦੀ ਮੰਗ ਸੀ, ਇਹ ਉਸ ਦੀ ਮੰਗ ਸੀ। ਔਰ ਪ੍ਰਭੂ ਨੇ ਨਥਾਨ ਦੇ ਰਾਹੀਂ ਉਸਨੂੰ ਕਿਹਾ ਕਿ ਇਸ ਨੂੰ ਦੱਸ ਦੇ ਕਿ ਮਰੇਗਾ, ਲੇਕਿਨ ਨਾਲ ਹੀ ਉਸਨੇ ਕਿਹਾ ਸੀ ਕਿ ਤੂੰ ਮੇਰੇ ਮੂੰਹ ਨੂੰ ਖੋਲ। ਮੇਰੇ ਮੂੰਹ ਨੂੰ ਤਾਲਾ ਲੱਗ ਗਿਆ। ਇੱਕ ਸਮਾਂ ਸੀ ਕਿ ਮੈਂ ਤੇਰੇ ਭਜਨ ਨੱਚਦਾ ਗਾਉਂਦਾ ਆਪਣੀ ਕੌਮ ਦੇ ਮੂਹਰੇ ਜਾਂਦਾ ਸੀ, ਹੁਣ ਮੇਰੇ ਮੂੰਹ ਦੇ ਵਿੱਚ ਗੀਤ ਹੈ ਨਹੀਂ। ਸੋ ਖੁਦਾਵੰਦ ਨੇ ਉਸਦੇ ਉੱਤੇ ਰਹਿਮ ਕੀਤੀ, ਪ੍ਰਭੂ ਨੇ ਉਸਦੇ ਉੱਤੇ ਰਹਿਮ ਕੀਤੀ। ਸੋ ਇਸ ਕਰਕੇ ਇਸ ਬਚਨ ਦੇ ਇਸ ਦੇ ਵਿੱਚ ਖਾਸ ਉਹੀ ਚੀਜ਼ਾਂ ਆ ਰਹੀਆਂ ਕਿ ਧਨ ਉਹ ਧਨ ਹੈ ਜਿਸ ਦੇ ਅਪਰਾਧ ਮਾਫ ਹੋ ਚੁੱਕੇ ਹਨ, ਜਿਸ ਦਾ ਪਾਪ ਢੱਕਿਆ ਜਾ ਚੁੱਕਾ ਹੈ। ਢੱਕਦਾ ਉਹ ਕਾਹਦੇ ਨਾਲ ਢੱਕਦਾ? ਪਾਪ ਨੂੰ ਮਸੀਹ ਦੇ ਲਹੂ ਦੇ ਨਾਲ ਢੱਕਦਾ।
ਪ੍ਰਭੂ ਯਿਸੂ ਮਸੀਹ ਦਾ ਲਹੂ ਜੋ ਸਲੀਬ ਤੇ ਬਹਾਇਆ ਗਿਆ, ਉਸ ਬਲੀਦਾਨ ਦੇ ਕਰਕੇ, ਉਸ ਕੁਰਬਾਨੀ ਦੇ ਕਰਕੇ ਉਹ ਢੱਕਦਾ। ਜਿਸ ਦਾ ਪਾਪ ਢੱਕਿਆ ਜਾ ਚੁੱਕਾ ਹੈ, ਉਹ ਮਨੁੱਖ ਧਨ ਹੈ ਜਿਸ ਨੂੰ ਪ੍ਰਭੂ ਦੋਸ਼ੀ ਨਹੀਂ ਠਹਿਰਾਉਂਦਾ, ਜਿਸ ਦੇ ਦਿਲ ਦੇ ਵਿੱਚ ਕਪਟ ਨਹੀਂ। ਜਿਸ ਦਿਨ ਵੀ ਮੈਂ ਆਪਣਾ, ਉਹਦੀ ਹਾਲਾਤ ਦੇਖੋ, ਉਹਦੇ ਹਾਲ ਕਿੱਦਾਂ ਦਾ ਸੀਗਾ, ਜਿਸ ਦਿਨ ਵੀ ਮੈਂ ਆਪਣਾ ਪਾਪ ਸਵੀਕਾਰ ਨਾ ਕੀਤਾ, ਉਹ ਦਿਨ ਮੇਰਾ ਸਰੀਰ ਮੇਰੇ ਕਰਾਉਣ ਦੇ ਨਾਲ ਬੇਜਾਨ ਹੋ ਗਿਆ। ਤੇਰਾ ਹੱਥ ਦਿਨ ਰਾਤ ਮੇਰੇ ਤੇ ਭਾਰਾ ਰਿਹਾ, ਮੇਰਾ ਬਲ ਘਟ ਗਿਆ, ਜਿਸ ਤਰ੍ਹਾਂ ਗਰਮ ਰੁੱਤ ਦੀ ਗਰਮੀ ਦੇ ਨਾਲ ਹੋ ਗਿਆ। ਯਾਨੀ ਕਿ ਹਿੰਦੁਸਤਾਨ ਦੇ ਵਿੱਚ ਗਰਮੀ ਦੇ ਨਾਲ ਲੋਕ ਬਿਮਾਰ ਹੋ ਜਾਂਦੇ, ਧੱਕਾ ਕਿਹਾ ਜਾਂਦਾ, ਔਰ ਬੰਦੇ ਦਾ ਸਾਰਾ ਰੰਗ ਪੀਲਾ ਪੈ ਜਾਂਦਾ, ਉਹਦੇ ਅੰਦਰ ਦੇ ਜਿਹੜੇ ਔਰਗਨ ਆ ਉਹ ਬੇਸਿਕਲੀ 50% ਕੰਮ ਕਰਨਾ ਛੱਡ ਦਿੰਦੇ, ਉਹ ਮੌਤ ਦੇ ਮੂੰਹ ਦੇ ਵੱਲ ਜਾਣ ਲੱਗ ਪੈਂਦਾ। ਕਹਿੰਦਾ ਇਹ ਮੇਰਾ ਹਾਲ ਸੀ, ਪਰ ਪ੍ਰਭੂ ਦੀ ਦਇਆ ਕੀਤੀ। ਤਦ ਮੈਂ ਆਪਣਾ ਸਾਹਮਣੇ ਸਵੀਕਾਰ ਕੀਤਾ, ਕੋਈ ਅਪਰਾਧ ਨਾ ਪਾਇਆ। ਮੈਂ ਆਪਣੇ ਦਿਲ ਦੇ ਨਾਲ ਇਹ ਫੈਸਲਾ ਕੀਤਾ, ਮੈਂ ਆਪਣੇ ਅਪਰਾਧ ਪ੍ਰਭੂ ਦੇ ਸਾਹਮਣੇ ਮੰਨਾਂਗਾ ਅਤੇ ਤੂੰ ਪਾਪ ਮਾਫ ਕਰ ਦਿੱਤਾ। ਜਿਸ ਵੇਲੇ ਅਸੀਂ ਦਾਊਦ ਦੀ ਜ਼ਿੰਦਗੀ ਨੂੰ ਪੜ੍ਹਦੇ ਇਹਨਾਂ ਜ਼ਬੂਰਾਂ ਨੂੰ ਦੇਖਦੇ ਹਾਂ, ਕਿੰਨੇ ਢੁਕਵੇਂ ਜ਼ਬੂਰ ਹੈ। ਬੇਸਿਕਲੀ ਹਰ ਰੋਜ਼ ਦੀ ਜ਼ਿੰਦਗੀ ਹੈ ਜ਼ਬੂਰ ਉਸਦੀ। ਅਸੀਂ ਵੀ, ਸਾਡੀ ਜ਼ਿੰਦਗੀ ਦੇ ਵਿੱਚ ਵੀ ਜ਼ਬੂਰ ਹੋ ਸਕਦੇ। ਜਿੱਥੋਂ ਥੋੜੇ ਲੰਘਦੇ ਪਏ ਆ, ਲਿਖਣ ਦੀ ਕੋਸ਼ਿਸ਼ ਕਰਿਆ ਕਰੋ, ਆਪਣਾ ਹਾਲ ਪ੍ਰਭੂ ਦੇ ਸਾਹਮਣੇ, ਆਪਣੀ ਖੁਸ਼ੀ ਪ੍ਰਭੂ ਦੇ ਸਾਹਮਣੇ। ਭਾਵੇਂ 2 ਸਤਰਾਂ ਲਿਖੋ, ਭਾਵੇਂ ਦੋ ਲਾਈਨਾਂ ਲਿਖੋ, ਇਸੇ ਪਿੱਛੇ ਮੁੜ ਕੇ ਦੇਖੋਗੇ ਖਜ਼ਾਨਾ ਬਣ ਜਾਂਦਾ, ਖਜ਼ਾਨਾ ਬਣ ਜਾਂਦਾ। ਤੇਰੇ ਮਿਲਣ ਤੇ ਤੇਰਾ ਹਰ ਭਗਤ ਤੇਰੇ ਅੱਗੇ, ਤਦ ਉਸ ਤੱਕ ਤੇਰੇ ਮਿਲਣ ਤੇ ਤੇਰਾ ਹਰ ਭਗਤ ਤੇਰੇ ਅੱਗੇ ਪ੍ਰਾਰਥਨਾ ਕਰੇ, ਤਦ ਉਸ ਤੱਕ ਦੁੱਖ ਦੇ ਹੜ ਨਹੀਂ ਪਹੁੰਚਣਗੇ। ਤੂੰ ਮੇਰੇ ਲੁਕਣ ਦੀ ਥਾਂ ਹੈ, ਤੂੰ ਮੇਰਾ ਦੁੱਖ ਤੋਂ ਬਚਾ ਕਰਦਾ ਹੈ, ਤੂੰ ਮੁਕਤੀ ਦੇ ਆਨੰਦ ਦੇ ਨਾਲ ਮੈਨੂੰ ਭਰ ਦੇਵੇਗਾ। ਦਾਊਦ ਦੀ ਇੱਥੇ ਧਰਤੀ ਦੀਆਂ ਗੱਲਾਂ ਨਹੀਂ ਹੈਗੀਆਂ, ਉਹ ਸਵਰਗ ਦੀ ਗੱਲ ਕਰਦਾ, ਪ੍ਰਭੂ ਦੇ ਘਰ ਦੀ ਗੱਲ ਕਰਦਾ। ਔਰ ਉਸਨੇ ਆਪਣਾ ਗੁਨਾਹ ਮੰਨਿਆ, ਪ੍ਰਭੂ ਨੇ ਉਸਨੂੰ ਮਾਫ ਕਰ ਦਿੱਤਾ। ਜਿਹੜੀ ਉਹ ਪ੍ਰਭੂ ਦੀ ਕਦੀ ਆਵਾਜ਼ ਉਸ ਦੇ ਪਿੱਛੋਂ ਸੁਣਨੀ ਬੰਦ ਹੋ ਗਈ ਸੀ, ਪ੍ਰਭੂ ਦੀ ਆਵਾਜ਼ ਉਸਨੂੰ ਸੁਣਾਈ ਨਹੀਂ ਸੀ ਹੁਣ ਦਿੰਦੀ, ਕਿਉਂਕਿ ਉਸਦੀਆਂ ਆਪਣੀਆਂ ਚਲਾਕੀਆਂ ਨੇ, ਚਾਲਬਾਜ਼ੀਆਂ ਨੇ ਉਹਦੇ ਆਲੇ ਦੁਆਲੇ ਏਦਾਂ ਦਾ ਘੇਰਾ ਪਾਇਆ ਸੀ ਕਿ ਹਰ ਚੀਜ਼ ਮੌਤ ਪੈਦਾ ਕਰ ਰਹੀ ਹੈ। ਲੇਕਿਨ ਇੱਥੇ ਦੇਖੋ ਹੁਣ, ਕਿਉਂਕਿ ਉਸਨੇ ਆਪਣਾ ਗੁਨਾਹ ਪ੍ਰਭੂ ਦੇ ਸਾਹਮਣੇ ਸਵੀਕਾਰ ਕੀਤਾ, ਪ੍ਰਭੂ ਦੀ ਆਵਾਜ਼ ਉਸਨੂੰ ਸੁਣਨੀ ਸ਼ੁਰੂ ਹੋ ਗਈ। ਪ੍ਰਭੂ ਨੇ ਉੱਤਰ ਵਿੱਚ ਕਿਹਾ, ਮੈਂ ਤੈਨੂੰ ਉਸ ਰਾਹ ਦੇ ਬਾਰੇ ਸਿਖਾਵਾਂਗਾ ਜਿਸ ਤੇ ਤੈਨੂੰ ਚੱਲਣਾ ਚਾਹੀਦਾ ਹੈ। ਪ੍ਰਭੂ ਨੇ ਉਸਨੂੰ ਮਾਫ ਕੀਤਾ, ਉਸਦੇ ਪਾਪ ਨੂੰ ਢੱਕਿਆ ਔਰ ਮਸੀਹ ਦੇ ਲਹੂ ਦੇ ਵਿੱਚ ਢੱਕਿਆ। ਅਸੀਂ ਕਹਾਂਗੇ ਕਿ ਯਿਸੂ ਮਸੀਹ ਤਾਂ ਹਾਲੇ ਆਇਆ ਹੀ ਨਹੀਂ। ਯਿਸੂ ਮਸੀਹ ਦਾ ਲਹੂ ਜਿਹੜਾ ਆ ਦਾਊਦ ਦੇ ਘਰਾਣੇ ਚ ਉਹਨੇ ਪੈਦਾ ਹੋਣਾ, ਉਸੇ ਲਹੂ ਨੂੰ ਤਾਂ ਅਸੀਂ ਦੇਖਦੇ ਪਏ ਹਾਂ, ਉਹ ਲਹੂ ਦੀ ਲਾਈਨ ਨੂੰ ਤਾਂ ਅਸੀਂ ਦੇਖਦੇ ਪਏ ਹਾਂ। ਔਰ ਜਿਹੜੇ ਮਸੀਹ ਤੋਂ ਪਹਿਲਾਂ ਹੋਏ ਆ, ਉਸ ਸਲੀਬ ਨੂੰ ਇੱਕ ਇਧਰਲੇ ਪਾਸਿਓਂ ਦੀ ਦੇਖਦੇ ਪਏ ਆ, ਅਸੀਂ ਇਧਰਲੇ ਪਾਸਿਓਂ ਦੀ ਦੇਖਦੇ ਪਏ।
ਸਿਰਫ ਇੰਨਾ ਫਰਕ। ਉਹ ਵੀ ਉਸੇ ਸਲੀਬ ਦਾ ਇੰਤਜ਼ਾਰ ਕਰ ਰਹੇ। ਔਰ ਅਸੀਂ ਵੀ ਉਸੇ ਸਲੀਬ ਦੀ ਸ਼ੁਕਰਗੁਜ਼ਾਰੀ ਕਰਦੇ ਪਏ ਹਾਂ। ਉਹ ਇੱਕ ਸਲੀਬ ਦੋਨਾਂ ਪਾਸਿਆਂ ਦੇ ਗੁਨਾਹ ਨੂੰ ਮਾਫ ਕਰਦੀ ਹੈ, ਜਿਹੜਾ ਆਉਂਦਾ। ਜਿੱਦੀ ਨੂੰ ਨਹੀਂ ਕੁਛ ਵੀ ਮਿਲਦਾ, ਨਮਰ ਇਨਸਾਨ। ਪ੍ਰਭੂ ਨੇ ਉੱਤਰ ਵਿੱਚ ਕਿਹਾ, ਮੈਂ ਤੈਨੂੰ ਉਸ ਰਾਹ ਦੇ ਬਾਰੇ ਸਿਖਾਵਾਂਗਾ ਜਿਸ ਤੇ ਤੈਨੂੰ ਚੱਲਣਾ ਚਾਹੀਦਾ ਹੈ। ਮੈਂ ਤੈਨੂੰ ਆਪਣੇ ਸਾਹਮਣੇ ਸਲਾਹ ਦੇਵਾਂਗਾ। ਤੂੰ ਮੇਰੀ ਆਵਾਜ਼ ਨੂੰ ਦੁਆਰਾ ਸੁਣੇਗਾ। ਮੈਂ ਤੈਨੂੰ ਉਹ ਰਸਤਾ ਦਿਖਾਊਂਗਾ ਜਿਹੜਾ ਜੀਵਨ ਦੇ ਵੱਲ ਨੂੰ ਜਾਂਦਾ। ਮੇਰੇ ਨਾਲ 6ਵਾਂ ਭਾਵ यूहन्ना ਦਾ ਪੜ੍ਹੋ। सॉरी 14ਵਾਂ ਭਾਵ 6ਵੇਂ ਭਾਵ ਦੇ ਵਿੱਚ ਕੰਮ ਬਾਰੇ ਦੱਸਿਆ, ਰਸਤੇ ਬਾਰੇ ਦੱਸਿਆ। ਪ੍ਰਭੂ ਦੇ ਕੋਲ ਪਹੁੰਚਣ ਦੇ ਰਸਤੇ ਦੇ ਬਾਰੇ ਗੱਲ ਚੱਲਦੀ ਪਈ। ਪ੍ਰਭੂ ਯਿਸੂ ਨੂੰ ਉਹ ਹੁਣ ਆਖਰੀ ਦਿਨ ਆ ਗਿਆ। ਬੇਸਿਕਲੀ ਜਿਹੜੇ ਅਸੀਂ 14ਵੇਂ ਭਾਵ ਦੇ ਵਿੱਚ ਆਉਨੇ ਆ ਤੇ ਅਸੀਂ ਆਖਰੀ ਹਫਤੇ ਦੇ ਵਿੱਚ ਐਂਟਰ ਕਰ ਜਾਂਦੇ ਆ। ਪ੍ਰਭੂ ਯਿਸੂ ਮਸੀਹ ਦਾ ਆਖਰੀ ਹਫਤਾ ਚੱਲਦਾ ਪਿਆ। ਆਖਰੀ ਹਫਤਾ ਵੀ ਨਹੀਂ, ਪਰ ਥੋੜੇ ਜਿਹੇ 3-4 ਦਿਨ ਚੱਲਦੇ ਪਏ ਆ ਆਖਰੀ ਹਫਤੇ ਦੇ। ਔਰ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਆਪਣੀ ਮੌਤ ਦੇ ਬਾਰੇ ਦੱਸਦੇ ਪਏ ਆ ਔਰ ਉਹ ਨਿਰਾਸ਼ ਹੋ ਜਾਂਦੇ ਔਰ ਉਹ ਕਹਿੰਦੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਦੁਨੀਆ ਦੇ ਸਰੀਰਕ ਸੁੱਖ ਮਿਲਦੇ ਪਏ ਆ। ਲੇਕਿਨ ਪ੍ਰਭੂ ਯਿਸੂ ਉਹਨਾਂ ਨੂੰ ਉਸ ਸੁੱਖ ਦੇ ਬਾਰੇ ਦੱਸਣਾ ਮੰਗਦਾ ਜਿਹੜਾ ਸਿਰਫ ਇਸ ਦੁਨੀਆ ਦੇ ਵਿੱਚ ਨਹੀਂ, ਜਿਹੜਾ ਆਉਣ ਵਾਲੀ ਦੁਨੀਆ ਦੇ ਵਿੱਚ ਵੀ। ਸੋ 14ਵੇਂ ਭਾਵ ਦੀਆਂ ਪਹਿਲੀਆਂ 10 ਆਇਤਾਂ ਜਿਸ ਨੂੰ ਮਿਲਿਆ। ਨਹੀਂ ਪੜ੍ਹਦੇ ਮਾਸਟਰ ਜੀ। ਪ੍ਰਭੂ ਯਿਸੂ ਪਿਤਾ ਕੋਲ ਪਹੁੰਚਣ ਦਾ ਰਾਹ। ਤੁਹਾਡਾ ਦਿਲ ਨਾ ਘਬਰਾਏ, ਪਰਮੇਸ਼ਰ ਉੱਤੇ ਭਰੋਸਾ ਰੱਖੋ ਤੇ ਮੇਰੇ ਉੱਤੇ ਵੀ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਹਨ। ਜੇਕਰ ਨਾ ਹੁੰਦੀਆਂ ਤਾਂ ਕੀ ਮੈਂ ਕਹਿੰਦਾ ਕਿ ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਦੇ ਲਈ ਜਾ ਰਿਹਾ ਹਾਂ। ਸੋ ਜੇਕਰ ਮੈਂ ਜਾ ਕੇ ਤੁਹਾਡੇ ਲਈ ਥਾਂ ਤਿਆਰ ਕਰਾਂ ਤਾਂ ਮੈਂ ਫਿਰ ਵਾਪਸ ਆਵਾਂਗਾ ਅਤੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ, ਤਾਂ ਜੋ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ। ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੇ ਦਾ ਰਾਹ ਜਾਣਦੇ ਹੋ। ਥੋਮਾ ਨੇ ਯਿਸੂ ਨੂੰ ਕਿਹਾ, ਪ੍ਰਭੂ ਜੀ, ਅਸੀਂ ਤਾਂ ਇਹ ਵੀ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤਾਂ ਫਿਰ ਅਸੀਂ ਰਾਹ ਕਿਸ ਤਰ੍ਹਾਂ ਜਾਣ ਸਕਦੇ ਹਾਂ? ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਮੈਂ ਹੀ ਰਾਹ ਹਾਂ, ਮੈਂ ਹੀ ਸੱਚ, ਮੈਂ ਹੀ ਜੀਵਨ ਹਾਂ। ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਪਹੁੰਚ ਨਹੀਂ ਸਕਦਾ। ਜੇਕਰ ਤੁਸੀਂ ਮੈਨੂੰ ਜਾਣਦੇ ਹੋ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ ਹੋ। ਹੁਣ ਤੁਸੀਂ ਉਸ ਨੂੰ ਜਾਣਦੇ ਹੋ ਤੇ ਉਸ ਦਾ ਦਰਸ਼ਨ ਵੀ ਕਰ ਚੁੱਕੇ ਹੋ। ਫਿਲਿਪਸ ਨੇ ਉਹਨਾਂ ਨੂੰ ਕਿਹਾ, ਪ੍ਰਭੂ ਜੀ, ਸਾਨੂੰ ਪਿਤਾ ਦੇ ਦਰਸ਼ਨ ਕਰਵਾ ਦਿਓ, ਸਾਡੇ ਲਈ ਇਹ ਹੀ ਬਹੁਤ ਹੈ। ਯਿਸੂ ਨੇ ਉਸ ਨੂੰ ਕਿਹਾ, ਫਿਲਿਪਸ, ਮੈਂ ਤੁਹਾਡੇ ਨਾਲ ਇੰਨੇ ਸਮੇਂ ਤੋਂ ਹਾਂ, ਫਿਰ ਵੀ ਤੁਸੀਂ ਮੈਨੂੰ ਨਹੀਂ ਜਾਣਿਆ? ਜਿਸ ਨੇ ਮੇਰੇ ਦਰਸ਼ਨ ਕੀਤੇ ਹਨ ਉਸਨੇ ਪਿਤਾ ਦੇ ਦਰਸ਼ਨ ਕੀਤੇ ਹਨ। ਤੂੰ ਕਿਸ ਤਰ੍ਹਾਂ ਕਹਿੰਦਾ ਹੈ ਸਾਨੂੰ ਪਿਤਾ ਦੇ ਦਰਸ਼ਨ ਕਰਵਾਓ? ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਪਿਤਾ ਵਿੱਚ ਹਾਂ ਤੇ ਪਿਤਾ ਮੇਰੇ ਵਿੱਚ ਹੈ? ਇਹ ਬਚਨ ਜਿਹੜੇ ਮੈਂ ਤੁਹਾਨੂੰ ਕਹੇ ਹਨ, ਇਹ ਮੈਂ ਆਪਣੇ ਵੱਲੋਂ ਨਹੀਂ ਕਹੇ ਹਨ। ਪਿਤਾ ਹੀ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦਾ ਹੈ। ਮੇਰਾ ਵਿਸ਼ਵਾਸ ਕਰੋ। ਇੱਥੇ ਤਾਂ ਠੀਕ ਹੈ ਸਿਸਟਰ ਜੀ। ਸੋ ਅਸੀਂ ਜਿਹੜੀ ਮੇਨ ਚੀਜ਼ ਆ ਉਹ ਦੇਖਣਾ ਮੰਗਦੇ ਹਾਂ ਕਿ ਜਿਸ ਲਈ ਅਸੀਂ 32ਵੇਂ ਜ਼ਬੂਰ ਦੇ ਵਿੱਚ ਆ ਤੇ ਉਹ ਪ੍ਰਭੂ ਨੇ ਉਸ ਨੂੰ ਕਿਹਾ, ਪ੍ਰਭੂ ਨੇ ਉੱਤਰ ਦੇ ਵਿੱਚ ਕਿਹਾ, ਮੈਂ ਤੈਨੂੰ ਉਸ ਰਾਹ ਦੇ ਬਾਰੇ ਸਿਖਾਵਾਂਗਾ ਜਿਸ ਤੇ ਤੈਨੂੰ ਚੱਲਣਾ ਚਾਹੀਦਾ ਹੈ। ਮੈਂ ਤੈਨੂੰ ਆਪਣੇ ਸਾਹਮਣੇ ਸਲਾਹ ਦੇਵਾਂਗਾ।
ਜਾਏਗਾ। ਤੂੰ ਜਿਹੜਾ ਰਸਤਾ ਚੁਣਿਆ ਉਹ ਮੌਤ ਵੱਲ ਨੂੰ ਜਾਣ ਦਾ ਸੀ। ਹੁਣ ਮੈਂ ਤੈਨੂੰ ਉਸ ਸੱਚੇ ਰਸਤੇ ਬਾਰੇ ਦੱਸੂਗਾ ਜਿਸ ਤੇ ਤੈਨੂੰ ਚੱਲਣਾ ਚਾਹੀਦਾ, ਔਰ ਉਸ ਤੋਂ ਜ਼ਿੰਦਗੀ ਪੈਦਾ ਹੁੰਦੀ ਹੈ। ਔਰ ਇਹੋ ਹੀ ਸਵਾਲ ਚੇਲੇ ਪੁੱਛਦੇ ਪਏ, ਔਰ ਇਹੋ ਹੀ ਜਵਾਬ ਪ੍ਰਭੂ ਯਿਸੂ ਮਸੀਹ ਨੇ ਦਿੱਤਾ। ਔਰ ਉਹੀ ਬਾਪ ਇੱਥੇ ਇਹਨਾਂ ਨੂੰ, ਦਾਊਦ ਨੂੰ ਦੱਸਦਾ ਪਿਆ, ਤੁਸੀਂ ਘੋੜੇ ਜਾਂ ਖੱਚਰ ਦੀ ਤਰ੍ਹਾਂ ਨਾ ਸਮਝਣਾ, ਲਗਾਮ ਅਤੇ ਵਾਰ ਹਨ। ਦੁਸ਼ਟ ਨੂੰ ਕਈ ਰੋਗ ਲੱਗੇ ਹਨ, ਪਰ ਪ੍ਰਭੂ ਤੇ ਭਰੋਸਾ ਰੱਖਣ ਵਾਲੇ ਨੂੰ ਉਸ ਦੀ ਦਇਆ ਬਚਾਈ। ਗੱਲ ਫਿਰ ਉਸ ਦੀ ਦਇਆ ਦੀ ਆ ਗਈ। ਹੇ ਧਰਮੀਓ, ਪ੍ਰਭੂ ਦੀ ਸੰਗਤ ਦੇ ਵਿੱਚ ਆਨੰਦਿਤ ਹੋ, ਹੇ ਸਾਫ਼ ਦਿਲੋਂ ਖੁਸ਼ੀ ਦਾ ਨਾਰਾ। ਸੋ ਆਖਰੀ 11ਵੀਂ ਆਇਤ ਦਾਊਦ ਦੀ, ਜਿਸਨੇ ਉਸਨੇ ਪ੍ਰਭੂ ਦੀ ਵਡਿਆਈ ਦੇ ਵਿੱਚ ਉਸ ਨੂੰ ਬਰਕਤ ਦਿੱਤੀ, ਉਸ ਦੀ ਦਇਆ ਦੇ ਲਈ ਉਸ ਦਾ ਸ਼ੁਕਰ ਕੀਤਾ, ਮਾਫੀ ਦੇ ਲਈ ਉਸ ਦਾ ਸ਼ੁਕਰ ਕੀਤਾ। ਉਹ ਰਾਜਾ ਆ, ਉਸ ਨੂੰ ਪਤਾ ਆ ਕਿ ਜੋ ਮੈਂ ਕੰਮ ਕੀਤਾ ਹੈ ਗਲਤ ਆ, ਪਰ ਪ੍ਰਭੂ ਨੇ ਉਸ ਨੂੰ ਜ਼ਿੰਦਗੀ ਦਿੱਤੀ ਕਿ ਜਿਸ ਵੇਲੇ ਉਹ ਸਰਕਮਸਟੈਂਸਸ ਉਹਦੇ ਉੱਤੇ ਆਉਣ, ਜਿਸ ਲਈ ਉਹ ਚੀਜ਼ਾਂ ਉਹਦੇ ਤੇ ਆਉਣ, ਤਾਂ ਉਹ ਇੱਕ ਉਦਾਹਰਨ ਬਣੇ ਆਉਣ ਵਾਲਿਆਂ ਲੋਕਾਂ ਦੇ ਲਈ, ਕੌਮ ਦੇ ਲਈ, ਕਿ ਜਦ ਅਸੀਂ ਛੱਤ ਤੋਂ ਛਾਲ ਮਾਰਦੇ ਹਾਂ, ਜੇ ਜਾਨ ਨਾ ਵੀ ਜਾਵੇ ਤਾਂ ਲੱਤਾਂ ਜ਼ਰੂਰ ਟੁੱਟ ਜਾਂਦੀਆਂ। ਪਾਪ ਆਪਣਾ ਨਿਸ਼ਾਨ ਛੱਡ ਜਾਂਦਾ ਹੈ। ਜਦ ਅਸੀਂ ਪਾਪ ਦੇ ਵਿੱਚ ਹੱਥ ਮਾਰਦੇ ਹਾਂ, ਉਹਦੀ ਛਤਰ ਛਾਇਆ ਤੋਂ ਬਾਹਰ ਨਿਕਲਦੇ ਹਾਂ, ਆਪਣੇ ਰਸਤੇ ਲੱਭਦੇ ਹਾਂ, ਤਾਂ ਫਿਰ ਉਹ ਜ਼ਖਮ ਤਾਂ ਪ੍ਰਭੂ ਭਰ ਦਿੰਦਾ ਹੈ, ਪਰ ਉਹ ਨਿਸ਼ਾਨ ਰਹਿ ਜਾਂਦਾ, ਨਿਸ਼ਾਨ ਰਹਿ ਜਾਂਦਾ। ਔਰ ਉਹ ਨਿਸ਼ਾਨ ਸਾਰਿਆਂ ਦੇ ਲਈ ਦੇਖਣ ਨੂੰ ਹੁੰਦਾ ਕਿ ਭਾਈ ਇਸ ਬੰਦੇ ਨੇ ਆਹ ਕੰਮ ਕੀਤਾ ਸੀ, ਉਹ ਰਹਿ ਜਾਂਦਾ। ਸੋ ਆਓ ਹੁਣ ਅਸੀਂ ਅੱਗੇ ਵਧੀਏ। ਦਾਊਦ ਦੀ ਪੁੱਤਰ ਦੀ ਮੌਤ 15 ਆਇਤ ਤੋਂ ਲੈ ਕੇ ਅਸੀਂ 15 ਆਇਤ ਤੋਂ ਲੈ ਕੇ ਲੈਟਸ ਗੋ ਟੂ 23 ਆਇਤ। ਨਹੀਂ ਪੜ੍ਹਦਾ ਪਾਸਟਰ ਜੀ, ਪੜ੍ਹ ਦਿਓ ਜੀ। ਇਹ ਕਹਿ ਕੇ ਨਥਾਨ ਆਪਣੇ ਘਰ ਚਲਾ ਗਿਆ। ਦਾਊਦ ਦੇ ਪੁੱਤਰ ਦੀ ਮੌਤ। ਤਦ ਪ੍ਰਭੂ ਨੇ ਉਸ ਬੱਚੇ ਨੂੰ ਬਹੁਤ ਬਿਮਾਰ ਕਰ ਦਿੱਤਾ, ਜਿਸ ਨੂੰ ਦਾਊਦ ਦੇ ਲਈ ਬਤਸ਼ਬਾ ਨੇ ਜਨਮ ਦਿੱਤਾ ਸੀ। ਸੋ ਦਾਊਦ ਨੇ ਪਰਮੇਸ਼ਰ ਦੇ ਅੱਗੇ ਬੱਚੇ ਦੇ ਚੰਗੇ ਗੁਣ ਹੋਣ ਲਈ ਪ੍ਰਾਰਥਨਾ ਕੀਤੀ। ਉਸਨੇ ਖਾਣਾ ਪੀਣਾ ਛੱਡ ਦਿੱਤਾ ਤੇ ਸਾਰੀ ਰਾਤ ਬੱਚੇ ਦੇ ਕਮਰੇ ਵਿੱਚ ਜਾ ਕੇ ਜ਼ਮੀਨ ਉੱਤੇ ਬੈਠਾ ਰਹਿੰਦਾ ਸੀ। ਉਸ ਦੇ ਦਰਬਾਰੀ ਜਾ ਕੇ ਉਸ ਨੂੰ ਉੱਠ ਕੇ ਕੁਝ ਖਾਣ ਲਈ ਕਹਿੰਦੇ, ਪਰ ਉਹ ਉਹਨਾਂ ਦਾ ਕਹਿਣਾ ਨਾ ਮੰਨਦਾ ਤੇ ਕੁਝ ਨਹੀਂ ਖਾਂਦਾ ਸੀ। ਪਰ ਅੰਤ ਵਿੱਚ 1 ਸਪਤਾਹ ਦੇ ਪਿੱਛੋਂ ਉਹ ਬੱਚਾ ਮਰ ਗਿਆ ਤੇ ਦਾਊਦ ਦੇ ਦਰਬਾਰੀ ਉਸ ਨੂੰ ਇਹ ਖਬਰ ਦੇਣ ਤੋਂ ਡਰਦੇ ਸਨ। ਉਹ ਕਹਿੰਦੇ ਸਨ, ਜਦੋਂ ਬੱਚਾ ਜਿਉਂਦਾ ਸੀ ਤਾਂ ਰਾਜਾ ਨੇ ਸਾਡੀ ਨਾ ਸੁਣੀ, ਫਿਰ ਬੱਚੇ ਦੇ ਮਰਨ ਦੀ ਅਸੀਂ ਉਸ ਨੂੰ ਕਿਸ ਤਰ੍ਹਾਂ ਖਬਰ ਦੇ ਸਕਦੇ ਹਾਂ। ਹੋ ਸਕਦਾ ਹੈ ਕਿ ਆਪ ਦਾ ਹੀ ਕੋਈ ਨੁਕਸਾਨ ਨਾ ਕਰ ਬੈਠੇ। ਪਰ ਜਦੋਂ ਦਾਊਦ ਨੇ ਆਪਣੇ ਦਰਬਾਰੀਆਂ ਨੇ ਆਪੋ ਵਿੱਚ ਕੁਸਰ ਮੁਸਰ ਕਰਦੇ ਦੇਖਿਆ ਤਾਂ ਉਹ ਜਾਣ ਗਿਆ ਕਿ ਬੱਚਾ ਮਰ ਗਿਆ ਹੈ। ਸੋ ਉਸਨੇ ਉਹਨਾਂ ਤੋਂ ਪੁੱਛਿਆ ਕਿ ਬੱਚਾ ਮਰ ਗਿਆ ਹੈ। ਉਹਨਾਂ ਨੇ ਉੱਤਰ ਦਿੱਤਾ, ਹਾਂ। ਤਦ ਦਾਊਦ ਨੇ ਜ਼ਮੀਨ ਤੋਂ ਉੱਠ ਕੇ ਇਸ਼ਨਾਨ ਕੀਤਾ, ਆਪਣੇ ਵਾਲ ਬਣਾਏ ਅਤੇ ਕੱਪੜੇ ਬਦਲੇ। ਇਹ ਕਰਕੇ ਉਸਨੇ ਮੰਦਰ ਵਿੱਚ ਜਾ ਕੇ ਪਰਮੇਸ਼ਰ ਦੀ ਆਰਾਧਨਾ ਕੀਤੀ। ਫਿਰ ਉਸਨੇ ਮਹਿਲ ਵਿੱਚ ਆ ਕੇ ਭੋਜਨ ਪਰੋਸਣ ਲਈ ਕਿਹਾ। ਜਦੋਂ ਉਹਨਾਂ ਪਰੋਸ ਦਿੱਤਾ ਤਾਂ ਉਸਨੇ ਭੋਜਨ ਖਾਧਾ। ਇਸ ਤੇ ਉਸਦੇ ਦਰਬਾਰੀ ਬੋਲੇ, ਸਾਨੂੰ ਸਮਝ ਨਹੀਂ, ਜਦੋਂ ਬੱਚਾ ਜਿਉਂਦਾ ਸੀ ਤੁਸੀਂ ਰੋਏ ਵੀ ਤੇ ਕੁਝ ਨਾ ਖਾਧਾ, ਪਰ ਬੱਚੇ ਦੇ ਮਰਨ ਦੇ ਪਿੱਛੋਂ ਤੁਸੀਂ ਉੱਠੇ ਹੋ ਤੇ ਭੋਜਨ ਵੀ ਕੀਤਾ ਹੈ। ਦਾਊਦ ਨੇ ਉੱਤਰ ਦਿੱਤਾ, ਹਾਂ, ਇਹ ਠੀਕ ਹੈ। ਉਸਦੇ ਜਿਉਂਦਿਆਂ ਮੈਂ ਵਰਤ ਰੱਖਿਆ ਅਤੇ ਰੋਇਆ ਵੀ। ਮੈਂ ਸੋਚਿਆ ਸੀ ਕਿ ਸ਼ਾਇਦ ਪ੍ਰਭੂ ਮੇਰੇ ਉੱਤੇ ਤਰਸ ਖਾਵੇ ਅਤੇ ਬੱਚੇ ਨੂੰ ਮਰਨ ਤੋਂ ਬਚਾ ਲਵੇ, ਪਰ ਹੁਣ ਤਾਂ ਉਹ ਮਰ ਹੀ ਗਿਆ ਹੈ। ਫਿਰ ਮੈਂ ਕਿਉਂ ਵਰਤ ਰੱਖਾਂ? ਕੀ ਮੈਂ ਬੱਚੇ ਨੂੰ ਦੁਬਾਰਾ ਜਿਉਂਦਾ ਕਰ ਸਕਦਾ ਹਾਂ? ਮੈਂ ਹੀ ਇੱਕ ਦਿਨ ਉਸ ਕੋਲ ਜਾਵਾਂਗਾ, ਕਿਉਂਕਿ ਉਹ ਮੇਰੇ ਕੋਲ ਹੁਣ ਨਹੀਂ ਆ ਸਕਦਾ। ਆਮੀਨ।
ਸੋ ਜਿਸਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਕਿ ਦਾਊਦ ਦਾ ਜਿਸਲੇ ਬੱਚਾ ਪੈਦਾ ਹੋਇਆ ਬਿਮਾਰ ਸੀਗਾ, ਔਰ ਉੱਥੇ ਦਾਊਦ ਨੇ ਉਹਦੇ ਕਮਰੇ ਦੇ ਵਿੱਚ ਜਾ ਕੇ ਪ੍ਰਭੂ ਦੇ ਅੱਗੇ ਦੁਆ ਕਰਦਾ ਰਿਹਾ। ਸੋ ਇੱਥੇ ਅਸੀਂ ਦੇਖਾਂਗੇ ਸਾਮ 6। ਸੋ ਜਿੱਥੇ ਵਰਸ 17 ਆਉਂਦੀ ਹੈ, ਉੱਥੇ ਸਾਮ 6 ਆਉਂਦਾ ਹੈ। ਸਾਮ 6 ਜਿਸ ਨੂੰ ਮਿਲ ਜਾਏ ਪੜ੍ਹਦਾ। ਹਾਂਜੀ ਮੈਂ ਪੜ੍ਹ ਦੂੰਗੀ। ਗੋ ਅਹੈਡ ਮੇਰੀ ਪੜ੍ਹ। हे ਪ੍ਰਭੂ ਤੂੰ ਕ੍ਰੋਧ ਨਾਲ ਮੈਨੂੰ ਨਾ ਝਾੜ, ਤੂੰ ਗੁੱਸੇ ਨਾਲ ਮੈਨੂੰ ਨਾ ਤਾੜ। हे ਪ੍ਰਭੂ ਮੈਂ ਤਾਂ ਮੁਰਝਾ ਚੱਲਿਆ ਹਾਂ, ਤੂੰ ਮੇਰੇ ਤੇ ਆਪਣੀ ਦਇਆ ਕਰ। ਮੈਂ ਤਾਂ ਬਿਲਕੁਲ ਨਿਢਾਲ ਹੋ ਚੁੱਕਾ ਹਾਂ, ਤੂੰ ਮੈਨੂੰ ਚੰਗਿਆ ਕਰ। ਮੇਰੀ ਜਾਨ ਵੀ ਬਹੁਤ ਦੁਖੀ ਹੋ ਚੁੱਕੀ ਹੈ। हे ਪ੍ਰਭੂ ਤੂੰ ਕਦ ਤੱਕ ਮੇਰੇ ਤੋਂ ਦੂਰ ਰਹੇਂਗਾ? ਪ੍ਰਭੂ ਤੂੰ ਆ ਮੇਰੀ ਜਾਨ ਬਚਾ, ਤੂੰ ਆਪਣੀ ਦਇਆ ਦੇ ਕਾਰਨ ਮੇਰੀ ਸੁਰੱਖਿਆ ਕਰ। ਮੌਤ ਆਉਣ ਤੇ ਤੇਰਾ ਸਿਮਰਨ ਨਹੀਂ ਹੋ ਸਕਦਾ। ਕੀ ਮਰਿਆਂ ਦੇ ਸੰਸਾਰ ਵਿੱਚ ਤੇਰਾ ਕੋਈ ਧੰਨਵਾਦ ਕਰ ਸਕਦਾ ਹੈ? ਮੈਂ ਕਰਾਉਂਦਿਆਂ ਕਰਾਉਂਦਿਆਂ ਥੱਕ ਗਿਆ ਹਾਂ। ਹਰ ਰਾਤ ਮੇਰਾ ਵਿਛਾਉਣਾ ਹੰਝੂਆਂ ਨਾਲ ਭਰਿਆ ਹੁੰਦਾ ਹੈ। ਮੇਰਾ ਮੰਜਾ ਇਹਨਾਂ ਦੇ ਵਿੱਚ ਡੁੱਬ ਜਾਂਦਾ ਹੈ। ਮੇਰੀਆਂ ਅੱਖਾਂ ਵਿੱਚ ਧੁੰਦਲਾਪਨ ਆ ਗਿਆ ਹੈ ਅਤੇ ਮੇਰੇ ਵੈਰੀਆਂ ਦੇ ਕਾਰਨ ਇਹ ਕਮਜ਼ੋਰ ਹੋ ਚੁੱਕੀਆਂ ਹਨ। ਸਭ ਤਰ੍ਹਾਂ ਦੇ ਬੁਰੇ ਕੰਮ ਕਰਨ ਵਾਲਿਓ ਮੇਰੇ ਤੋਂ ਦੂਰ ਹੋ ਜਾਵੋ। ਪ੍ਰਭੂ ਨੇ ਮੇਰੇ ਰੋਣ ਦੀ ਆਵਾਜ਼ ਸੁਣ ਲਈ ਹੈ। ਪ੍ਰਭੂ ਨੇ ਮੇਰੀ ਬੇਨਤੀ ਸੁਣ ਲਈ ਹੈ। ਉਸਨੇ ਮੇਰੀ ਪ੍ਰਾਰਥਨਾ ਵੀ ਸਵੀਕਾਰ ਕਰ ਲਈ ਹੈ। ਮੇਰੇ ਸਭ ਬੈਰੀ ਸ਼ਰਮਿੰਦੇ ਹੋਣਗੇ, ਉਹ ਬਹੁਤ ਦੁਖੀ ਹੋ ਉੱਠਣਗੇ। ਛੇਤੀ ਉਹ ਪਿੱਛੇ ਧਕੇਲ ਦਿੱਤੇ ਜਾਣਗੇ ਅਤੇ ਅਪਮਾਨਿਤ ਹੋਣਗੇ। ਸੋ ਉਸਨੂੰ ਹੁਣ ਪਤਾ ਕਿ ਲੋਕ ਮੈਨੂੰ ਕਿੱਦਾਂ ਦੇਖਦੇ ਪਏ ਆ, ਸਾਰੀਆਂ ਚੀਜ਼ਾਂ ਉਹਨੂੰ ਪਤਾ ਹੈ। ਸੋ ਪ੍ਰਭੂ ਦੇ ਅੱਗੇ ਉਹ ਦੁਆ ਕਰਦਾ ਪਿਆ ਕਿ ਪ੍ਰਭੂ ਤੂੰ ਰਹਿਮ ਕਰ ਦੇ, ਤੂੰ ਦਇਆ ਕਰ ਦੇ। ਲੇਕਿਨ ਕੁਛ ਇੱਕ ਚੀਜ਼ਾਂ ਉਹਦੇ ਲਈ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਉਹ ਰਾਜਾ ਆ। ਇੱਕ ਗਲਤ ਪ੍ਰੈਜ਼ੀਡੈਂਟ ਸੈੱਟ ਹੋ ਜਾਏਗਾ। ਉਹਦੀ ਜ਼ਿੰਦਗੀ ਪ੍ਰਭੂ ਨੇ ਬਖਸ਼ ਦਿੱਤੀ ਔਰ ਪ੍ਰਭੂ ਨੇ ਆਪਣਾ ਕੀਤਾ ਵਾਅਦਾ ਨਹੀਂ ਉਸ ਦੇ ਨਾਲ ਬਦਲਿਆ। ਇਹ ਉਸ ਦੇ ਲਈ ਕਾਫੀ ਹੈ। ਦਾਊਦ ਦੀ ਜ਼ਿੰਦਗੀ ਤੋਂ ਅਸੀਂ ਅੱਜ ਵੀ ਸਿੱਖਦੇ ਪਏ। ਸੋ ਪ੍ਰਭੂ ਕੋਈ ਗਲਤ ਪ੍ਰੈਜ਼ੀਡੈਂਟ ਨਹੀਂ ਉੱਥੇ ਸੈੱਟ ਕਰਨਾ ਮੰਗਦਾ ਸੀ। ਉਸਨੇ ਉਸ ਬੱਚੇ ਨੂੰ ਘਰ ਬੁਲਾ ਲਿਆ। ਸੋ ਉਹ ਮਰ ਗਿਆ। ਜਿਸ ਲਈ ਉਹ ਮਰ ਗਿਆ ਤੇ ਦਰਬਾਰੀ ਕੁਸਰ ਮੁਸਰ ਕਰਦੇ ਪਏ ਕਿ ਬੱਚਾ ਮਰ ਗਿਆ, ਉਹਨੂੰ ਦੱਸੀਏ ਕਿੱਦਾਂ। ਤਾਂ ਉਸਨੇ ਪੁੱਛਿਆ ਉਹਨਾਂ ਨੂੰ ਕਿ ਬੱਚਾ ਮਰ ਗਿਆ। ਕਹਿੰਦੇ ਹਾਂ। ਔਰ 8 ਦਿਨਾਂ ਤੋਂ ਪਹਿਲਾਂ ਉਹ ਬੱਚਾ ਮਰ ਗਿਆ, ਇਸ ਕਰਕੇ ਉਸਦਾ ਨਾਮ ਨਹੀਂ ਰੱਖਿਆ ਗਿਆ। ਉਸਦਾ ਨਾਮ ਨਹੀਂ ਰੱਖਿਆ ਗਿਆ। ਇਸ ਦੇ ਬਾਰੇ ਫਿਰ ਅਸੀਂ ਦੇਖਾਂਗੇ। I don't wanna ਸੱਜੇ ਖੱਬੇ ਨਹੀਂ ਮੈਂ ਜਾਣਾ ਮੰਗਦਾ। ਸੋ ਉਹ ਉੱਠਿਆ, ਉਸਨੇ ਆਪਣਾ ਮੂੰਹ ਹੱਥ ਧੋਤਾ, ਆਤਾ ਧੋਤਾ, ਉਸਨੇ ਰੋਟੀ ਪਰੋਸਣ ਨੂੰ ਕਿਹਾ, ਖਾਣਾ ਖਾਧਾ। ਤੇ ਉਹਨਾਂ ਨੇ ਰਾਜੇ ਨੂੰ ਬੜੀ ਅਜੀਬ ਚੀਜ਼ ਪੁੱਛੀ। ਕਹਿੰਦੇ ਕਿ ਜਦ ਤੱਕ ਉਹ ਜਿਉਂਦਾ ਸੀ ਤਾਂ ਤੁਸੀਂ ਰੋਏ ਵੀ, ਵਰਤ ਵੀ ਰੱਖੇ, ਸਭ ਕੁਛ ਕੀਤਾ। ਜਿਸ ਲਈ ਉਹ ਹੁਣ ਮਰ ਗਿਆ ਤੇ ਤੁਸੀਂ ਉੱਠ ਕੇ ਖਾਧਾ ਪੀਤਾ। ਦਾਊਦ ਨੇ ਬੜਾ ਇੱਕ ਅਜੀਬ ਜਵਾਬ ਦਿੱਤਾ ਔਰ ਬੜਾ ਹੋਪਫੁਲ, ਉਮੀਦ ਵਾਲਾ ਜਵਾਬ ਦਿੱਤਾ। ਇਹਦੇ ਵਿੱਚ ਵੀ ਉਮੀਦ ਤੇ ਉਹ ਮੇਰੇ ਕੋਲ ਹੁਣ ਨਹੀਂ ਆ ਸਕਦਾ। ਉਹ ਪ੍ਰਭੂ ਕੋਲ ਚਲਾ ਗਿਆ ਕਿਉਂਕਿ ਮੈਨੂੰ ਪਤਾ ਮੇਰੇ ਪ੍ਰਭੂ ਨੇ ਮੈਨੂੰ ਮਾਫ ਕਰ ਦਿੱਤਾ ਹੈ। ਇਸ ਕਰਕੇ ਮੌਤ ਦੇ ਪਿੱਛੋਂ ਮੈਂ ਵੀ ਪ੍ਰਭੂ ਦੇ ਘਰ ਜਾਊਂਗਾ ਔਰ ਉੱਥੇ ਜਾ ਕੇ ਇੰਨਾ ਡਾਰਕ ਸਮਾਂ ਆ, ਇੰਨਾ ਹਨੇਰਾ ਸਮਾਂ ਆ, ਹਨੇਰੇ ਵਿੱਚ ਵੀ ਪ੍ਰਭੂ ਦੀ ਰੋਸ਼ਨੀ ਉਹਦੇ ਦਿਲ ਦੇ ਵਿੱਚ। ਇਹ ਹੈ ਮੁਕਤੀ ਦੀ ਖੁਸ਼ੀ। ਇਹ ਨਹੀਂ ਕਿ ਜੇ ਕੋਈ ਬੁਰਾਈ, ਜੇ ਘਰ ਦੇ ਵਿੱਚ ਦੁੱਖ ਆ ਤਾਂ ਅਸੀਂ ਰੋਂਦੇ ਨੇ ਤੇ ਸਾਨੂੰ ਦੁਖੀ ਨਹੀਂ ਹੋਣਾ ਚਾਹੀਦਾ। No, it's not, we are not robot. ਅਸੀਂ ਇਨਸਾਨ ਆ ਔਰ ਦੁੱਖ ਆਉਂਦਾ ਆ
ਲੇਕਿਨ ਸਾਡੇ ਦੁੱਖ ਦੇ ਵਿੱਚ ਇੱਕ ਉਮੀਦ ਹੁੰਦੀ ਹੈ, ਔਰ ਉਹ ਉਮੀਦ ਇਹ ਹੈ ਕਿ ਉਹ ਤਾਂ ਨਹੀਂ ਹੁਣ ਮੇਰੇ ਕੋਲ ਆ ਸਕਦਾ, ਪਰ ਮੈਂ ਹੁਣ ਉਸਦੇ ਕੋਲ ਜਾਊਂਗਾ, ਮੈਂ ਪ੍ਰਭੂ ਦੇ ਘਰ ਦੇ ਵਿੱਚ ਉਸ ਨੂੰ ਜਾ ਕੇ ਮਿਲੂੰਗਾ। ਸੋ ਪ੍ਰਭੂ ਨੇ ਦਾਊਦ और बैतशेबा ਤੇ ਇੱਕ ਵਾਰ ਫਿਰ ਦਇਆ ਕੀਤੀ। और 24वीं आयत 24-25 आयत मैं ही पढ़ दिना। फिर दाऊद ने जाके अपनी बतशेबा ਨੂੰ ਤਸੱਲੀ ਦਿੱਤੀ, तद उसने उस नाल संग कीता ਅਤੇ ਉਸ गर्भवती हो के उसने पुत्र ਨੂੰ जन्म ਦਿੱਤਾ। दाऊद ने अपने पुत्र ਦਾ ਨਾਂ ਸੁਲੇਮਾਨ ਰੱਖਿਆ। ਪ੍ਰਭੂ ਉਸ ਨੂੰ ਪਿਆਰ ਕਰਦਾ ਸੀ, ਇਸ ਲਈ ਪ੍ਰਭੂ ਨੇ ਨਾਥਾਨ ਨੂੰ ਘੱਲ ਕੇ ਉਸ ਦਾ ਨਾਂ ਯਦੀਯਹ ਰੱਖ ਦਿੱਤਾ, अर्थात प्रभु जिसनू प्यार करता, क्योंकि प्रभु ने उसनू ये वादा दिता सी, तेरी संतान नू मैं, और इसते नाल प्रभु ने बैतशेबा नू भी बरकत दी, क्योंकि ओदा कसूर घट सी, ज्यादा कसूर दाऊद दा सी। इस करके जो प्रभु ने कहा सी कि मैं तेन एक ऐसी संतान दूंगा जिसके नाल मेरा पिता और पुत्र का रिश्ता होएगा, और मैं डंडे दे नाल उसनू सीधा रखूंगा, और वो मेरे लिए मंदिर बनाएगा। जब नाथान उसका नाम लैके आया तो दाऊद नू पता लग गया कि प्रभु ने बैतशेबा का भी गुनाह माफ किया, और राज गद्दी जड़ी मिलनी है वो इसनू मिलनी है, मेरे बाकी के पुत्र, और उसने स्वीकार की चीज। जिसलिए असी यसु मसीह दे वो जन्म की सारी सूची पढ़ते हैं तो उस दे विच बैतशेबा का नाम आता है। जन्म की सूची दे विच प्रभु ने इन्नी बरकत उस औरत नूं दित्ती। तमार दा नाम आउंदा, रूथ दा नाम आउंदा, बैतशेबा दा नाम आउंदा ते मरियम दा नाम, और उत्थे बैतशेबा दा नाम आउंदा। अगर तुसी मेरे नाल देखना मंगदे हैं मत्ती दे विच आ जाओ। मत्ती दी 6 आयत पढ़ांगे, जिदा पहला नाम आउंदे 2 तो लैके 6 तक पढ़ूंगा। मैं पहली तो पढ़ दिना। यसु मसीह दे वंश का लेखा इस तरह है कि वो दाऊद दे वंश दे विचों सी जो अब्राहम दे वंश दे विचों सी। अब्राहम इजाक दा पिता सी, इसहाक याकूब अते याकूब यहूदा अते उसदे भरावां दा पिता सी। यहूदा फिरश्ता अते जरा दा पिता सी, जिन्हां दी मां तमार सी। फिरश हसरोन दा, हसरोन राम दा पिता सी। राम अमीनादाब दा, अमीनादाब नहसोन दा नहसोन सलमोन दा पिता सी। अते सलमोन बोआज दा पिता सी, जिसदी मां रहाब सी। बोआज उबेद दा पिता सी, उबेद दी मां रूथ सी। अते उबेद यस्से दा पिता सी। माफ करना, 5 मावां दे नाम है, मैं रूथ दा नाम भुल गया। रूथ दा पिता सी, अते उबेद यस्से दा पिता सी, अते यस्से राजा दाऊद दा पिता सी। दाऊद सुलेमान दा पिता सी, अते सुलेमान दी मां पहला उरिया दी युराया दी पत्नी सी। युराया नूं भी प्रभु ने अपनी जन्म दी सूची दे विच ओदा भी नाम दिता। इन्नी बड़ी इज्जत प्रभु ने एक हित्ती नूं दित्ती जो दूसरी कौम दे विचों आया, रूथ नूं दित्ती जो दूसरी कौम दे विचों आया।
ਤਮਾਰ ਤੇ ਇਹਨਾਂ ਦੇ ਵਿੱਚੋਂ ਹੀ ਸੀਗੀ। ਲੇਕਿਨ ਅਗਰ ਅਸੀਂ ਅਗਰ ਰਹਾਬ ਦੇਖੀਏ ਤਾਂ ਰਹਾਬ ਦੀ ਜੀ ਕੌਣ ਸੀ? ਇਹਨਾਂ ਮਾਵਾਂ ਨੂੰ ਪ੍ਰਭੂ ਨੇ ਬਰਕਤ ਦਿੱਤੀ। ਕਿੰਨਾ ਸਾਡਾ ਪ੍ਰਭੂ ਭਲਾ, ਕਿੰਨਾ ਭਲਾ ਹੈ, ਕਿਉਂਕਿ ਉਹ ਦਿਖਾ ਰਿਹਾ ਕਿ ਬੈਤਸ਼ੀਬਾ ਦੇ ਖਿਲਾਫ ਗੁਨਾਹ ਹੋਇਆ ਤਾਂ ਪ੍ਰਭੂ ਨੇ ਉਸ ਨੂੰ ਪਿੱਛੇ ਨਹੀਂ ਰੱਖਿਆ। ਰੂਥ ਨੇ ਕਿਹਾ ਸੀ ਕਿ ਤੇਰਾ ਪਰਮੇਸ਼ਵਰ ਮੇਰਾ ਪਰਮੇਸ਼ਵਰ ਹੋਏਗਾ, ਤੇਰੇ ਲੋਕ ਮੇਰੇ ਲੋਕ ਹੋਣਗੇ, ਜਿੱਥੇ ਤੂੰ ਦੱਬੀ ਜਾਏਂਗੀ ਉੱਥੇ ਮੈਂ ਦੱਬੀ ਜਾਵਾਂਗਾ। ਪ੍ਰਭੂ ਨੇ ਉਹਦਾ ਹੱਕ ਵੀ ਨਹੀਂ ਰੱਖਿਆ। ਪ੍ਰਭੂ ਕਦੀ ਕਿਸੇ ਦਾ ਹੱਕ ਨਹੀਂ ਰੱਖਦਾ। ਸਾਡੇ ਪ੍ਰਭੂ ਦੀ ਮਹਾਨ ਬਰਕਤ ਇਹ ਹੈ। ਹੁਣ ਉਸਦੇ ਘਰ ਸੁਲੇਮਾਨ ਪੈਦਾ ਹੋਇਆ ਔਰ ਹੁਣ ਅਸੀਂ ਇੱਥੇ ਸਾਮ 103 ਦੇਖਾਂਗੇ, ਜ਼ਬੂਰ 103। ਪ੍ਰਭੂ ਨੇ ਖੁਸ਼ੀ ਦਾ ਨਾਰਾ ਇੱਕ ਵਾਰ ਫਿਰ ਆਪਣੇ ਬੰਦੇ ਦੇ ਮੂੰਹ ਦੇ ਵਿੱਚ ਪਾ ਦਿੱਤਾ। ਸਾਮ 103। ਹਾਂਜੀ, ਮੈਂ ਹੀ ਪੜ੍ਹ ਦੇਵਾਂ ਬ੍ਰਦਰ ਜੀ। ਮੇਰੀ ਭੈਣ, ਹੇ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ, ਹੇ ਮੇਰੇ ਪੂਰਨ ਵਿਅਕਤੀਤਵ ਉਸਦੇ ਪਵਿੱਤਰ ਨਾਂ ਨੂੰ ਧੰਨ ਕਹਿ। ਹੇ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ, ਤੂੰ ਉਸਦੀ ਕਿਸੇ ਭਲਾਈ ਨੂੰ ਨਾ ਭੁੱਲ। ਉਹ ਮੇਰੇ ਸਭ ਪਾਪਾਂ ਨੂੰ ਮਾਫ਼ ਕਰਦਾ ਅਤੇ ਮੇਰੇ ਸਭ ਰੋਗਾਂ ਨੂੰ ਚੰਗਿਆ ਕਰਦਾ ਹੈ। ਉਹ ਮੇਰੀ ਜਾਨ ਨੂੰ ਮੌਤ ਤੋਂ ਬਚਾਉਂਦਾ ਅਤੇ ਮੈਨੂੰ ਆਪਣੇ ਪਿਆਰ ਅਤੇ ਦਇਆ ਦੀ ਦਾਤ ਦਿੰਦਾ ਹੈ। ਉਹ ਬੁਢਾਪੇ ਤੱਕ ਮੇਰੇ ਜੀਵਨ ਨੂੰ ਚੰਗੀਆਂ ਚੀਜ਼ਾਂ ਨਾਲ ਤ੍ਰਿਪਤ ਕਰਦਾ, ਤਾਂ ਜੋ ਮੇਰੀ ਜ਼ੁਬਾਨੀ ਉਕਾਬ ਦੇ ਵਾਂਗ ਨਵਾਂਪਨ ਪ੍ਰਾਪਤ ਕਰੇ। ਪ੍ਰਭੂ ਦੱਬਿਆਂ ਲੋਕਾਂ ਨੂੰ ਮੁਕਤ ਕਰਦਾ ਅਤੇ ਉਹ ਉਹਨਾਂ ਦੇ ਪੱਖ ਵਿੱਚ ਫੈਸਲਾ ਦਿੰਦਾ ਹੈ। ਉਸਨੇ ਆਪਣੇ ਰਾਹ ਮੂਸਾ ਤੇ ਪ੍ਰਗਟ ਕੀਤੇ ਅਤੇ ਆਪਣੇ ਅਦਭੁਤ ਕੰਮ ਇਜ਼ਰਾਈਲ ਦੀ ਸੰਤਾਨ ਨੂੰ ਦਿਖਾਏ। ਪ੍ਰਭੂ ਦਿਆਲੂ ਅਤੇ ਕਿਰਪਾਲੂ ਹੈ, ਉਹ ਗੁੱਸਾ ਕਰਨ ਵਿੱਚ ਮੱਠਾ ਅਤੇ ਕਿਰਪਾ ਨਾਲ ਭਰਪੂਰ ਹੈ। ਉਹ ਹਮੇਸ਼ਾ ਝਿੜਕਦਾ ਨਹੀਂ, ਨਾ ਹੀ ਉਹ ਹਮੇਸ਼ਾ ਗੁੱਸੇ ਰਹਿੰਦਾ ਹੈ। ਉਹ ਸਾਡੇ ਕੀਤੇ ਅਨੁਸਾਰ ਸਾਡੇ ਨਾਲ ਵਰਤਦਾ, ਨਾ ਸਾਡੇ ਅਪਰਾਧਾਂ ਅਨੁਸਾਰ ਸਾਨੂੰ ਬਦਲਾ ਦਿੰਦਾ ਹੈ। ਧਰਤੀ ਤੋਂ ਆਕਾਸ਼ ਜਿੰਨਾ ਉੱਚਾ ਹੈ, ਉਨੀ ਉੱਚੀ ਤੇ ਵੱਡੀ ਉਸਦੀ ਦਇਆ ਉਸਦੇ ਡਰਨ ਵਾਲਿਆਂ ਤੇ ਹੈ। ਜਿੰਨਾ ਪੂਰਬ ਤੇ ਪੱਛਮ ਦੂਰ ਹੈ, ਉਨੇ ਹੀ ਦੂਰ ਉਸਨੇ ਸਾਡੇ ਪਾਪ ਕਰ ਦਿੱਤੇ ਹਨ। ਜਿਸ ਤਰ੍ਹਾਂ ਪਿਤਾ ਆਪਣੀ ਸੰਤਾਨ ਤੇ ਤਰਸ ਖਾਂਦਾ ਹੈ, ਉਸੇ ਤਰ੍ਹਾਂ ਪ੍ਰਭੂ ਆਪਣੇ ਡਰਨ ਵਾਲਿਆਂ ਤੇ ਤਰਸ ਖਾਂਦਾ ਹੈ। ਉਹ ਜਾਣਦਾ ਹੈ ਕਿ ਅਸੀਂ ਕਿਸ ਚੀਜ਼ ਤੋਂ ਬਣੇ ਹਾਂ। ਉਸ ਨੂੰ ਯਾਦ ਹੈ ਕਿ ਅਸੀਂ ਕੇਵਲ ਮਿੱਟੀ ਹਾਂ। ਮਨੁੱਖ ਦਾ ਜੀਵਨ ਤਾਂ ਘਾਹ ਦੀ ਤਰ੍ਹਾਂ ਹੈ। ਉਹ ਜੰਗਲੀ ਫੁੱਲਾਂ ਦੀ ਤਰ੍ਹਾਂ ਵੱਧਦਾ ਫੁੱਲਦਾ ਹੈ, ਜਿਸ ਦੇ ਉੱਤੇ ਹਵਾ ਚੱਲਦੀ ਹੈ ਅਤੇ ਉਹ ਉੱਡ ਜਾਂਦਾ ਹੈ। ਤਦ ਇਸ ਬਾਰੇ ਕੋਈ ਨਹੀਂ ਜਾਣਦਾ ਕਿ ਕਿੱਥੇ ਗਿਆ। ਪ੍ਰਭੂ ਦੀ ਦਇਆ ਉਸਦੇ ਡਰਨ ਵਾਲਿਆਂ ਤੇ ਆਦਿ ਕਾਲ ਤੋਂ ਹੈ। ਉਸਦੀ ਭਲਾਈ ਹਰ ਪੀੜ੍ਹੀ ਦੇ ਲੋਕਾਂ ਤੇ ਹੈ, ਜੋ ਉਸਦੇ ਨੇਮ ਤੇ ਸੱਚੇ ਮਨ ਨਾਲ ਚੱਲਦੇ ਹਨ ਅਤੇ ਉਸਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਪ੍ਰਭੂ ਨੇ ਆਪਣਾ ਸਿੰਘਾਸਨ ਸਵਰਗ ਵਿੱਚ ਲਾਇਆ ਹੈ ਅਤੇ ਉਹ ਸਭ ਤੇ ਰਾਜ ਕਰਦਾ ਹੈ। ਹੇ ਸਵਰਗਦੂਤੋ, ਪ੍ਰਭੂ ਨੂੰ ਧੰਨ ਕਹੋ, ਤੁਸੀਂ ਜੋ ਸ਼ਕਤੀਸ਼ਾਲੀ ਹੋ ਅਤੇ ਉਸਦੇ ਬਚਨਾਂ ਨੂੰ ਪੂਰਾ ਕਰਦੇ ਹੋ, ਜੋ ਉਸਦੀ ਆਵਾਜ਼ ਨੂੰ ਸੁਣ ਕੇ ਉਸ ਅਨੁਸਾਰ ਚੱਲਦੇ ਹੋ। ਹੇ ਸਭ ਸੈਨਾਵੋ, ਪ੍ਰਭੂ ਨੂੰ ਧੰਨ ਕਹੋ, ਤੁਸੀਂ ਜੋ ਉਸਦੇ ਸੇਵਾਦਾਰ ਹੋ ਅਤੇ ਉਸਦੀ ਇੱਛਾ ਅਨੁਸਾਰ ਸਭ ਕੁਝ ਕਰਦੇ ਹੋ। ਹੇ ਉਸਦੀ ਸਭ ਰਚਨਾ, ਪ੍ਰਭੂ ਨੂੰ ਧੰਨ ਕਹੋ, ਉਹ ਹਰ ਥਾਂ ਰਾਜ ਕਰਦਾ ਹੈ। ਹੇ ਮੇਰੇ ਮਨ, ਪ੍ਰਭੂ ਨੂੰ ਧੰਨ ਕਹਿ। ਆਮੀਨ। ਦੋ ਚੀਜ਼ਾਂ ਦੇ ਲਈ ਪ੍ਰਭੂ ਦਾ ਸ਼ੁਕਰ ਕਰਦਾ ਪਿਆ। ਇੱਕ ਕਿ ਪ੍ਰਭੂ ਨੇ ਇੱਕ ਵਾਰ ਫਿਰ ਉਸਨੂੰ ਪਤਾ ਲੱਗਾ ਕਿ ਜਿਸ ਵੇਲੇ ਉਸਦਾ ਪਹਿਲਾ ਪੁੱਤਰ ਗਿਆ ਤੇ ਉਸਨੂੰ ਪਤਾ ਸੀ ਕਿ ਸਜ਼ਾ ਬੱਚੇ ਹੈਗੇ, ਉਸਦੇ ਵੱਡੇ ਬੱਚੇ ਵੀ ਹੈਗੇ ਜਿਹੜੇ ਆਲਮੋਸਟ ਇਸ ਵੇਲੇ 20 22 ਸਾਲ ਦੇ ਹੋ ਚੁੱਕੇ, 24 25 ਸਾਲ ਦੇ ਹੋ ਚੁੱਕੇ। ਲੇਕਿਨ ਜਦ ਸੁਲੇਮਾਨ ਪੈਦਾ ਹੋਇਆ ਤਾਂ ਜਿਸ ਤਰ੍ਹਾਂ ਪ੍ਰਭੂ ਨੇ ਕਿਹਾ ਸੀ ਕਿ ਤੇਰੀ ਨਸਲ ਦੇ ਵਿੱਚੋਂ ਤੇਰੇ ਤੋਂ ਮੈਂ ਰਾਜੇ ਪੈਦਾ ਕਰੂੰਗਾ ਔਰ ਤੇਰੀ ਗੱਦੀ ਅਨੰਤ ਕਾਲ ਤੱਕ ਰਹੇਗੀ। ਪ੍ਰਭੂ ਨੇ ਉਹ ਬਰਕਤ ਉਸਨੂੰ ਦਿੱਤੀ। ਔਰ ਜਿਸ ਵੇਲੇ ਬਤਸ਼ੇਬਾ ਤੋਂ ਦੂਸਰਾ ਬੇਟਾ ਪੈਦਾ ਹੋਇਆ ਤਾਂ ਪ੍ਰਭੂ ਨੇ ਉਸਨੂੰ ਉਸਦਾ ਨਾਮ ਬਦਲਿਆ। ਪ੍ਰਭੂ ਨੇ ਨਾਮ ਘੱਲਿਆ ਉਹਦੇ ਲਈ।
ਜਿੱਥੋਂ ਉਸਨੂੰ ਪਤਾ ਸੀ ਕਿ ਇਸ ਦੇ ਉੱਤੇ ਪ੍ਰਭੂ ਦਾ ਹੱਥ। ਸੋ ਇਸ ਵੇਲੇ ਉਹਦਾ ਮਨ ਸ਼ੁਕਰਗੁਜ਼ਾਰੀ ਦੇ ਨਾਲ ਭਰਿਆ ਪਿਆ, ਜਿੱਥੇ ਉਹ ਕਹਿੰਦਾ ਸੀਗਾ ਕਿ ਮੇਰਾ ਮਨ ਜਿਹੜਾ ਉਹ ਕਪਟੀ ਹੈ, ਮੈਨੂੰ ਮੇਰੇ ਮਨ ਦੇ ਅੰਦਰ ਤੂੰ ਆਪਣਾ ਆਤਮਾ ਕਰ, ਮੈਨੂੰ ਧੋ, ਮੈਨੂੰ ਸਾਫ਼ ਕਰ। ਔਰ ਜਿਸ ਲਈ ਅਸੀਂ ਪ੍ਰਭੂ ਦੇ ਕੋਲੋਂ ਇਹ ਮੰਗਦੇ ਹਾਂ ਕਿ ਪ੍ਰਭੂ ਤੂੰ ਸਾਨੂੰ ਧੋ, ਤੂੰ ਸਾਨੂੰ ਸਾਫ਼ ਕਰ, ਤਾਂ ਯਾਦ ਰੱਖੋ ਏਦਾਂ ਦੀਆਂ ਦੁਆਵਾਂ ਪ੍ਰਭੂ ਚਾਹੁੰਦਾ ਹੈ। ਏਦਾਂ ਦੀਆਂ ਚਾਹੁੰਦਾ। ਉਹ ਇਹ ਦੇਖਣਾ ਚਾਹੁੰਦਾ ਕਿ ਜਿਹੜੀ ਅਸੀਂ ਉਂਗਲੀ ਇੱਕ ਦੂਸਰੇ ਵੱਲ ਚੱਕੀ ਹੋਆ ਨਾ, ਉਹ ਨਹੀਂ ਚਾਹੁੰਦਾ। ਉਹ ਇਹ ਚਾਹੁੰਦਾ ਕਿ ਜਿਹੜੀਆਂ ਤਿੰਨ ਮੇਰੇ ਵੱਲ, ਤਿੰਨ ਜਿਹੜੀਆਂ ਉਂਗਲਾਂ ਮੇਰੇ ਆਪਣੇ ਵੱਲ ਨੂੰ, ਇਹਨਾਂ ਨੂੰ ਉਹ ਚਾਹੁੰਦਾ ਕਿ ਤੂੰ ਆਪਣੇ ਅੰਦਰ ਦੇਖ, ਤੇਰੇ ਤਨ ਦਾ ਕੀ ਹਾਲ ਹੈ, ਤੇਰੇ ਮਨ ਦਾ ਕੀ ਹਾਲ ਹੈ, ਤੇਰੀ ਆਤਮਾ ਦਾ ਕੀ ਹਾਲ ਹੈ, ਤੇਰੇ ਵਿਚਾਰਾਂ ਦਾ ਕੀ ਹਾਲ ਹੈ। ਤੂੰ ਮੇਰੀ ਬੁੱਧ ਦੇ ਨਾਲ ਚੱਲਦਾ ਪਿਆ ਕਿ ਜਾਂ ਤੂੰ ਆਪਣੀ ਮਰਜ਼ੀ ਦੇ ਨਾਲ ਚੱਲਦਾ ਪਿਆ। ਤੇਰਾ ਰਸਤੇ ਤੈਨੂੰ ਮੈਂ ਦੱਸਦਾ ਪਿਆ, ਤੂੰ ਉਸ ਰਸਤੇ ਤੇ ਚੱਲਦਾ ਪਿਆ ਜੋ ਮੈਂ ਆਪ ਹਾਂ। ਇੱਕ ਮਿੰਟ ਰੁਕਿਓ ਸੈਮੂਅਲ। ਸੈਮੂਅਲ, ਉਹ ਮੰਮੀ ਨੇ 11 ਵਜੇ ਆਉਣਾ, ਮੰਮੀ ਨੇ 11 o'clock ਆਉਣਾ। ਹਾਂ, and I will pick her up. Yeah, I know that. I will pick her up. Yeah. Sorry. So, ਇੱਥੇ ਉਹ ਇਹ ਕਹਿ ਰਿਹਾ ਕਿ ਹੇ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ, ਹੇ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ, ਹੇ ਮੇਰੇ ਪੂਰਨ ਵਿਅਕਤੀਤਵ, ਯਾਨੀ ਕਿ ਮੇਰੇ ਤਨ, ਮੇਰਾ ਮਨ, ਮੇਰੀ ਆਤਮਾ, ਜਿਨ੍ਹਾਂ ਦੇ ਲਈ ਉਸਨੇ ਦੁਆ ਕੀਤੀ ਸੀ। ਪ੍ਰਭੂ ਤੋਂ ਮੰਗਿਆ ਸੀ 51 ਜ਼ਬੂਰ ਦੇ ਵਿੱਚ, ਜਿਸ ਦੇ ਲਈ ਉਹਨੇ 32 ਜ਼ਬੂਰ ਦੇ ਵਿੱਚ ਇਹ ਦੱਸਿਆ ਸੀ ਕਿ ਉਸਨੇ ਮਾਫ ਕੀਤਾ। ਔਰ ਹੁਣ ਉਸਨੂੰ ਪਤਾ ਕਿ ਪ੍ਰਭੂ ਨੇ ਮਾਫ ਨਹੀਂ ਕੀਤਾ, ਉਹ ਆਪਣੀ ਹਜ਼ੂਰੀ ਦੁਆਰਾ ਮੇਰੀ ਜ਼ਿੰਦਗੀ ਚ ਲੈ ਕੇ ਆਇਆ। ਸੋ ਉਸਦੇ ਪਵਿੱਤਰ ਨਾਂ ਨੂੰ ਧੰਨ ਕਹਿ, ਹੇ ਮੇਰੇ ਮਨ ਪ੍ਰਭੂ ਨੂੰ ਧੰਨ ਕਹਿ, ਉਸਦੀ ਕਿਸੇ ਭਲਾਈ ਨੂੰ ਨਾ ਭੁੱਲ। 103 ਜ਼ਬੂਰ ਆਪਾਂ ਦੇ ਨਾਲ ਆਪਾਂ ਆਪਣਾ ਅਗਲਾ ਹਫਤਾ ਸ਼ੁਰੂ ਕਰਾਂਗੇ, ਔਰ ਫਿਰ ਇਸ ਦੇ ਵਿੱਚੋਂ ਦੇਖਾਂਗੇ ਕਿ ਦਾਊਦ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਲਈ ਪ੍ਰਭੂ ਦਾ ਸ਼ੁਕਰ ਕਰਦਾ ਪਿਆ। ਲੈਟ ਅਸ ਪ੍ਰੇ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ, ਤੂੰ ਸਾਡਾ ਮਹਾਨ ਦਿਆਲੂ ਕਿਰਪਾਲੂ, ਜਿਸ ਤਰ੍ਹਾਂ ਤੇਰੇ ਬਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਦਿਆਲੂ ਅਤੇ ਕਿਰਪਾਲੂ ਹੈ, ਗੁੱਸਾ ਕਰਨ ਵਿੱਚ ਮੱਠਾ ਅਤੇ ਕਿਰਪਾ ਦੇ ਨਾਲ ਭਰਪੂਰ ਹੈ। ਪਿਆਰੇ ਪ੍ਰਭੂ, ਇਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ ਹਾਂ, ਇਸ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ ਹਾਂ। ਖੁਦਾਵੰਦ, ਤੂੰ ਸੱਚਮੁੱਚ ਮੂਸਾ ਨੂੰ ਇਹ ਰਸਤੇ ਦਿਖਾਏ ਸੀ, ਉਸਨੇ ਦਿਖਾਇਆ ਸੀ ਕਿ ਮੈਂ ਕੌਣ, ਮੈਂ ਹਾਂ ਜੋ ਮੈਂ ਹਾਂ, ਹੋਰ ਮੇਰੇ ਵਰਗਾ ਹੋਰ ਕੋਈ ਨਹੀਂ। ਪ੍ਰਭੂ ਤੂੰ ਉਸਨੂੰ ਦਿਖਾਇਆ ਸੀ। ਸੋ ਪਿਆਰੇ ਪ੍ਰਭੂ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਇਸ ਵਕਤ ਦੇ ਲਈ, ਇਸ ਵਕਤ ਦੇ ਲਈ। ਔਰ ਅਸੀਂ ਵੀ ਆਪਣੇ ਤਨ ਨੂੰ, ਮਨ ਨੂੰ, ਆਤਮਾ ਨੂੰ ਤੇਰੇ ਕੋਲ ਲੈ ਕੇ ਆਉਂਦੇ ਹਾਂ। ਪਿਆਰੇ ਪ੍ਰਭੂ, ਜਿੱਥੇ ਤੈਨੂੰ ਖੋਟ ਦਿਖਾਈ ਦਿੰਦੀ ਆ, ਤੂੰ ਉਸਨੂੰ ਧੋ। ਸਾਡੀਆਂ ਕੰਨਾਂ ਨੂੰ ਪ੍ਰਭੂ ਜੀ ਧੋ, ਤਾਂ ਕਿ ਅਸੀਂ ਤੇਰੀ ਆਵਾਜ਼ ਸੁਣੀਏ। ਸਾਡੇ ਦਿਲ ਦੀਆਂ ਕੰਨਾਂ ਨੂੰ ਧੋ, ਹੱਥਾਂ ਪੈਰਾਂ ਨੂੰ ਧੋ ਪ੍ਰਭੂ ਜੀ, ਤਾਂ ਕਿ ਅਸੀਂ ਤੇਰਿਆਂ ਰਸਤਿਆਂ ਤੇ ਚੱਲੀਏ। ਸਾਡੇ ਮੂੰਹ ਨੂੰ ਧੋ, ਸਾਡੀ ਜੀਭ ਨੂੰ ਧੋ, ਤਾਂ ਕਿ ਅਸੀਂ ਪ੍ਰਭੂ ਜੀ ਹਰ ਸ਼ਬਦ ਜੋ ਇਸ ਮੂੰਹ ਦੇ ਵਿੱਚੋਂ ਨਿਕਲੇ, ਸਾਨੂੰ ਪਤਾ ਹੋਵੇ ਕਿ ਇਹ ਹਰ ਸ਼ਬਦ ਦਾ ਹਿਸਾਬ ਲਿਆ ਜਾਏਗਾ। ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖ। ਮਸੀਹ ਯਸੂ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਸਭ ਕੁਝ ਮੰਗਦੇ ਹਾਂ, ਔਰ ਸਾਰੇ ਭੈਣ ਭਰਾ ਕਹਿਣ ਆਮੀਨ। ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ ਔਰ ਤੁਹਾਡੇ ਸਾਰਿਆਂ ਦੇ ਨਾਲ ਬਣਿਆ ਰਹੇ। ਸੰਡੇ ਨੂੰ ਆਪਾਂ ਚਰਚ ਦੇ ਵਿੱਚ ਮਿਲਾਂਗੇ, ਔਰ ਉਸ ਤੋਂ ਬਾਅਦ ਮੰਡੇ ਆਪਣੀ ਬਾਈਬਲ ਸਟੱਡੀ ਦੇ ਵਿੱਚ ਜਾਰੀ ਰੱਖਾਂਗੇ।